ਪੰਜਾਬੀ ਏਕਤਾ ਜਾਂ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੀਬਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਕਮਜ਼ੋਰ ਵਰਗਾਂ ਲਈ 25,000 ਮਕਾਨ ਬਣਾਉਣ ਦੀ ਯੋਜਨਾ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਲਈ ਮਕਾਨ ਦੇ ਕਾਇਦਾ ਨਕਸ਼ੇ ਬਣਾਏ ਜਾ ਰਹੇ ਹਨ। ਇਸ ਕਾਰਨ ਕਮਜ਼ੋਰ ਵਰਗ ਨੂੰ ਕਾਫੀ ਮਦਦ ਮਿਲੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ 'ਚ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਤਾਂ ਜੋ ਉਹ ਆਪਣਾ ਸੂਬਾ ਛੱਡ ਕੇ ਕਮਾਈ ਲਈ ਬਾਹਰ ਨਾ ਜਾਣ। ਪੰਜਾਬ ਦੀ ਭਗਵੰਤ ਮਾਨ ਵਾਲੀ ਆਪ ਸਰਕਾਰ ਵੱਲੋਂ ਨਿਤ ਨਵੇਂ ਵੱਡੇ ਫੈਸਲੇ ਲਏ ਜਾ ਰਹੇ ਹਨ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਕਿਸੇ ਹੋਰ ਕੰਮ ਲਈ ਨਹੀਂ ਲਿਆ ਜਾਵੇਗਾ। ਉਹ ਸਕੂਲਾਂ ਵਿੱਚ ਪੜ੍ਹਾਏਗਾ, ਉਹਨਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾਵੇਗਾ। ਇਸ ਦੇ ਲਈ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਵਾਸ ਨਾਲ ਤਾਲਮੇਲ ਕੀਤਾ ਗਿਆ ਹੈ। ਪੰਜਾਬ ਵਿੱਚ ਅਧਿਆਪਕ ਸਿਰਫ ਸਿੱਖਿਆ ਦਾ ਕੰਮ ਹੀ ਲੈਣਗੇ। ਸੀਐਮ ਮਾਨ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਆਪਣੇ ਤੌਰ ਤੇ ਫੀਸਾਂ ਨਹੀਂ ਵਧਾ ਸਕਣਗੇ। ਮਨਮਾਨੀ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਆਪਣੀ ਮਰਜ਼ੀ ਨਾਲ ਫੀਸਾਂ ਵਧਾਉਣ ਵਾਲੇ ਸਕੂਲਾਂ ਦੀ ਐਨਓਸੀ ਰੱਦ ਕਰੇਗੀ, ਉਹਨਾਂ ਦੀ ਮਾਨਤਾ ਵੀ ਰੱਦ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਸੀਐਮ ਭਗਵੰਤ ਮਾਨ ਬੋਲਣ ਲਈ ਖੜੇ ਹੋਏ ਤਾਂ ਕਾਂਗਰਸੀ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਨੂੰ ਬੋਲਣ ਦਾ ਪੂਰਾ ਮੌਕਾ ਨਹੀਂ ਦਿੱਤਾ ਜਾ ਰਿਹਾ, ਜਿਸ ਤੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਨਿਸ਼ਚਿਤ ਸਮਾਂ ਦਿੱਤਾ ਗਿਆ ਹੈ। ਇਹ ਸੁਣ ਕੇ ਕਾਂਗਰਸੀ ਵਿਧਾਇਕ ਨੇ ਵਾਕਆਊਟ ਕਰ ਦਿੱਤਾ। ਸਾਹਮਣੇ ਆਉਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਕੁੱਲੂ ਮਨਾਲੀ ਜਾਣਾ ਪਿਆ, ਇਸ ਲਈ ਸਦਨ ਦੀ ਕਾਰਵਾਈ ਜਲਦੀ ਖਤਮ ਕਰ ਦਿੱਤੀ ਗਈ ਸੀ। ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਦੀ ਬਜਰੀ ਦੇਣਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਜਿੰਨੀ ਆਮਦਨ ਪਿਛਲੇ 5 ਸਾਲਾਂ ਵਿੱਚ ਆਈ ਹੈ ਉਹ ਅਸੀਂ 1 ਸਾਲ ਵਿੱਚ ਲਿਆਵਾਂਗੇ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮਾਰਕੀਟ ਵਿੱਚ ਰੇਤੇ ਦਾ ਰੇਟ ਔਸਤਨ 26 ਤੋਂ 28 ਰੁਪਏ ਅਤੇ ਬਜਰੀ ਦਾ 29 ਤੋਂ 39 ਰੁਪਏ ਹੈ। 16 ਮਾਰਚ ਤੋਂ 22 ਜੂਨ 2022 ਤੱਕ 30 ਕਰੋੜ 8 ਲੱਖ ਦੀ ਆਮਦਨੀ ਹੋਈ ਹੈ। ਪਿਛਲੀ ਸਰਕਾਰ ਦੀ ਪਾਲਿਸੀ ਦੇ ਹਿਸਾਬ ਨਾਲ 7 ਬਲੋਕ ਦਿੱਤੇ ਗਏ ਸਨ, ਉਸ ਵਿੱਚੋਂ 3 ਅਜੇ ਬੰਦ ਪਏ ਹਨ। ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ 277 ਕੇਸ ਦਰਜ ਕੀਤੇ ਜਾ ਚੁੱਕੇ ਹਨ। ਮਾਈਨਿੰਗ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ 5.5 ਰੁਪਏ ਫੁੱਟ ਰੇਤਾ ਦਾ ਕਹਿ ਦਿੱਤਾ ਪਰ ਮਿਲਿਆ ਨਹੀਂ। ਰਾਜਾ ਵੜਿੰਗ ਤੇ ਕਾਰਵਾਈ ਦੀ ਲਗਾਤਾਰ ਗੱਲ ਆ ਰਹੀ ਹੈ। ਬਿਲਕੁਲ, ਜੇ ਕਿਸੇ ਨੇ ਵੀ ਕੋਈ ਗਲਤ ਕੀਤਾ ਹੋਵੇਗਾ ਤੇ ਉਹ ਬਿਲਕੁਲ ਕਾਰਵਾਈ ਹੋਵੇਗੀ। ਜਾਂਚ ਚੱਲ ਰਹੀ ਆ, ਜੇ ਬਿਲਕੁਲ ਬੋਡੀਆਂ ਦੀ ਜਾਂਚ ਚੱਲ ਰਹੀ ਆ ਕਿਉਂਕਿ ਘਟੀਆ ਮਟੀਰੀਅਲ ਵਰਤਿਆ ਗਿਆ ਬੋਡੀ ਦੇ ਵਿੱਚ। ਕਿਸੇ ਗੱਡੀ ਦੇ ਲੋਕ ਟੁੱਟ ਰਹੇ ਆ, ਕਿਸੇ ਦੀ ਬਾਰੀ ਟੁੱਟ ਰਹੀ ਆ, ਕੁਝ ਨਾ ਕੁਝ ਜੋ ਵੀ ਕੀਤਾ ਗਿਆ ਘਟੀਆ ਮਟੀਰੀਅਲ ਵਰਤਿਆ ਗਿਆ ਬੱਸਾਂ ਦੀ ਬੋਡੀ ਦੇ ਵਿੱਚ। ਕੋਈ ਵੀ ਮੰਤਰੀ ਸੰਤਰੀ ਅਫਸਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ, ਪੰਜਾਬ ਦੇ ਲੋਕਾਂ ਦੇ ਨਾਲ ਧਰੋ ਕਮਾਇਆ ਹੈ, ਉਹ ਬਖਸ਼ਿਆ ਨਹੀਂ ਜਾਊਗਾ। ਵਾਈਟ ਪੇਪਰ 'ਚ ਕਿਆ ਇਨ ਸਾਰਿਆਂ ਦਾ ਜ਼ਿਕਰ ਹੈ? ਕਿਸ ਕਿਸ ਨੇ ਲੁੱਟ ਕੀਤੀ ਹੈ, ਕਿੰਨੀ ਲੁੱਟ? ਵਾਈਟ ਪੇਪਰ ਦਾ ਮਤਲਬ ਹੀ ਇਹੀ ਹੁੰਦਾ ਜੀ ਕਿ ਖੱਕ ਹੈ ਜਿਹੜਾ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਉਹ ਸਾਹਮਣੇ ਰੱਖਿਆ ਜਾਵੇ। ਸਾਨੂੰ ਹੁਣੇ ਮਿਲਿਆ, ਮੈਂ ਵੀ ਅੱਜ ਪੜੂੰਗਾ, ਤੁਸੀਂ ਵੀ ਪੜੋ। ਜੇ ਤੁਹਾਨੂੰ ਉਸ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ, ਤੁਹਾਨੂੰ ਸੁਝਾਅ ਲੱਗਦਾ ਹੈ। ਵੈਸੇ ਹਰਪਾਲ ਚੀਮਾ ਜੀ ਨੇ, ਸਰਕਾਰ ਨੇ ਬੜੇ ਵਿਸਤਾਰ ਦੇ ਵਿੱਚ ਉਹ ਵਾਈਟ ਪੇਪਰ ਰੱਖਿਆ ਔਰ ਪਹਿਲੇ ਦਿਨ ਤੋਂ ਕਿਵੇਂ ਜਦੋਂ 1985-86 ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ, ਵੀ ਕਰਜ਼ਾ ਕੋਈ ਸੀ ਨਹੀਂ ਤੇ ਪੈਸਾ ਪੰਜਾਬ ਕੋਲੇ ਵਾਧੂ ਸੀਗਾ, ਤੇ ਅੱਜ ਕਿਵੇਂ ਤਕਰੀਬਨ 3-4 ਲੱਖ ਕਰੋੜ ਦਾ 3 ਲੱਖ ਕਰੋੜ ਦਾ ਕਰਜ਼ਾ ਸਰਕਾਰ ਸਿਰ ਹੋਇਆ ਪਿਆ, 1 ਲੱਖ ਕਰੋੜ ਦਾ ਕਰਜ਼ਾ ਬੋਰਡਾਂ ਕਾਰਪੋਰੇਸ਼ਨਾਂ ਦੇ ਸਿਰ ਹੈ। ਕਿਵੇਂ ਅੱਜ ਪੰਜਾਬ ਨੂੰ ਸਭ ਤੋਂ ਵੱਧ ਕਰਜ਼ੇ ਵਾਲਾ ਸੂਬਾ ਬਣਾ ਦਿੱਤਾ। ਇਹਦੇ ਵਿੱਚ ਕੱਲੀ ਚੀਜ਼ ਹਰਪਾਲ ਚੀਮਾ ਜੀ ਹੋਣਾ ਨੇ ਇਹਦੇ ਵਿੱਚ ਪੇਸ਼ ਕੀਤੀ। उठाए गए सी एक बहुत ही अहम सवाल है और बहुत ही गंभीर मुद्दा है। हुंदा की है कि देखो, सर्किट हाउस जो है भावें अमृतसर दा होवे, पटियाले दा होवे, किसी भी थां दा होवे, वो डेमोक्रेसी का एक प्रतीक हुंदा है ते वो 3 करोड़ पंजाबियों की एक धरोहर हुंदी है। लेकिन लोगों ने सरकारी तौर पर बेच के निजी तौर पर खरीदन का बहुत उपराला किया है, कई तरीके की प्रॉपर्टियां। लेकिन जो सर्किट हाउस की गल आउंदी है तो मसला बहुत ही गंभीर हुंदा है। इस करके मैं सवाल उठाया। देखो, जांच का भरोसा मिल गया है, इस तो अलावा मैं इस संबंध में कुछ नहीं कहूँगा। ਵਾਈਟ ਪੇਪਰ ਆਇਆ ਸਿੱਧੇ ਤੌਰ ਤੇ ਜੀ ਆਇਆ ਹੈ ਜੀ ਕਿ ਕਿਸ ਢੰਗ ਨਾਲ ਪੰਜਾਬ ਜਿਹੜਾ ਉਹ ਕਰਜ਼ੇ ਬੋਝ ਹੇਠ ਪਿਆ। ਕੀ ਕਹਿਣਾ ਚਾਹੋਗੇ ਇਸ ਬਾਰੇ? देखो, इस संबंध ਵਿੱਚ ਵਿੱਤ ਮੰਤਰੀ ਸਾਹਿਬ 27 ਤਰੀਕ ਨੂੰ ਜਦੋਂ ਬਜਟ ਪੇਸ਼ ਕਰਨਗੇ ਉਸ ਦੌਰਾਨ ਸਾਰਾ ਕੁਝ ਉਹਨਾਂ ਨੇ ਬੋਲਣਾ ਹੈ ਤੇ ਉਹਨਾਂ ਨੂੰ ਬੋਲ ਲੈਣ ਤੋਂ ਫਿਰ ਅਸੀਂ ਜ਼ਰੂਰ ਕਮੈਂਟਸ ਕਰਾਂਗੇ। ਮੰਤਰੀਆਂ ਦੀ ਫਾਈਲਾਂ ਦਾ ਜਿਹੜਾ ਜ਼ਿਕਰ ਹੋ ਰਿਹਾ ਸਵਾਲ ਚੱਕੇ ਨੇ ਕਿ ਜਿਹੜੇ ਬਿਊਰੋਕਰੇਟਸ ਵਿੱਚ ਇਨਵੋਲਵ ਹੁੰਦੇ ਨੇ ਉਹ ਫਾਈਲਾਂ ਦਬਾ ਲੈਂਦੇ ਨੇ ਜਾਂ ਇਸ ਤਰੀਕੇ ਦੇ ਘਪਲਿਆਂ ਨੂੰ ਦਬਾ ਲੈਂਦੇ ਨੇ। ਦੇਖੋ, ਮੈਂ ਇਹ ਕਿਹਾ ਸੀ ਕਿ ਜੋ ਸਵਾਲ ਦਾ ਜਵਾਬ ਆਇਆ ਹੈ ਉਹ ਗੁੰਮਰਾਹ ਕਰਨ ਵਾਲਾ ਹੈ। ਮੈਂ ਇਹ ਵੀ ਕਿਹਾ ਸੀ ਕਿ ਜੋ
ਜਿਨ੍ਹਾਂ ਲੋਕਾਂ ਨੇ ਇਹ ਸਾਰਾ ਕੁਝ ਮੈਨੀਪੂਲੇਟ ਕੀਤਾ, ਜਵਾਬ ਉਹਨਾਂ ਨੇ ਬਣਾਇਆ ਹੈ। ਬਿਊਰੋਕ੍ਰੇਸੀ ਦਾ ਕੰਮ ਹੁੰਦਾ ਹੈ ਸੰਵਿਧਾਨ ਦੀ ਰਾਖੀ ਕਰਨਾ। ਸਰਕਾਰ ਦੇਖੋ ਕਿਸੇ ਵੀ ਪਾਰਟੀ ਦੀ ਹੋਵੇ, ਬਿਊਰੋਕ੍ਰੇਸੀ ਨੂੰ ਨਿਸ਼ਪਕਸ਼ ਤਰੀਕੇ ਦੇ ਨਾਲ ਚੱਲਣਾ ਹੁੰਦਾ ਹੈ। ਔਰ ਜੋ ਚੀਜ਼ ਮੰਨ ਲਓ ਸਰਕਟ ਹਾਊਸ ਹੈ ਜਾਂ ਕੋਈ ਵੀ ਇਸ ਤਰੀਕੇ ਦਾ ਅਹਿਮ ਮੁੱਦਾ ਹੈ, ਕੋਈ ਵੀ ਚੀਜ਼ ਹੈ, ਤਾਂ ਬਿਊਰੋਕ੍ਰੇਸੀ ਹੀ ਪਰਮਾਨੈਂਟ ਹੁੰਦੀ ਹੈ। ਜੋ ਪੋਲੀਟੀਕਲ ਸਰਕਾਰਾਂ ਨੇ ਆਉਂਦੀਆਂ ਨੇ ਜਾਂਦੀਆਂ ਨੇ, ਇਸੇ ਕਰਕੇ ਪਰਮਾਨੈਂਟ ਬਿਊਰੋਕ੍ਰੇਸੀ ਬਣਾਈ ਗਈ ਹੈ ਜਿਸ ਦਾ ਕੰਮ ਹੈ ਹਰ ਚੀਜ਼ ਨੂੰ, ਜਿਸ ਤਰ੍ਹਾਂ ਮੰਨ ਲਓ ਜੋ ਪ੍ਰਬੰਧਕ ਹੈ ਉਹ ਮਾਲਿਕ ਨਹੀਂ ਹੋ ਸਕਦਾ। ਲੋਕਾਂ ਦੇ ਖਜ਼ਾਨੇ ਵਿੱਚ ਜਿਹੜੀ ਉਹਦੀ ਦੁਰਵਰਤੋਂ ਕੀਤੀ ਹੈ ਉਹ 'ਤੇ ਡਿਟੇਲ ਦੇ ਵਿੱਚ ਸਾਰਾ ਕੁਝ ਡਿਸਕਸ਼ਨ ਹੋਊਗੀ। ਦੂਸਰੇ ਨੰਬਰ ਉੱਤੇ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਵਿੱਚ ਕੰਮਾਂ ਦਾ ਵੇਰਵਾ ਦਿੱਤਾ, ਸਿਹਤ, ਸਿੱਖਿਆ, ਰੋਜ਼ਗਾਰ ਤੇ ਖੇਤੀਬਾੜੀ ਤੇ ਖੇਡਾਂ ਤੇ ਹਰ ਜਗ੍ਹਾ ਉੱਤੇ ਜਿੱਥੇ ਪਿੰਡਾਂ ਦੇ ਵਿੱਚ ਵਿਕਾਸ ਉੱਤੇ ਬਰੀਕੀ ਦੇ ਵਿੱਚ ਜਿਹੜੀ ਚਰਚਾ ਕੀਤੀ ਹੈ, ਬੜੀ ਸ਼ਲਾਘਾਯੋਗ ਆ। ਪ੍ਰਸਤਾਵ ਰੱਖਿਆ ਜਿਹੜਾ ਬੜਾ ਕ੍ਰਾਂਤੀਕਾਰੀ ਫੈਸਲੇ ਜੋ ਸਿਹਤ ਲਈ ਹਰ ਇੱਕ ਚੀਜ਼ ਲਈ ਲਏ ਨੇ, ਬਹੁਤ ਵਧੀਆ ਗੱਲ ਹੈ। ਲੋਕਾਂ ਨੂੰ ਸਕੂਨ ਮਿਲਣਾ, ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਫਤਵਾ ਦਿੱਤਾ ਆਸ਼ੀਰਵਾਦ ਦੇ ਕੇ। ਅਹਿਮ ਜਿਹੜੀ ਬਹਿਸ ਸੀਗੀ, ਮੈਂ ਬੋਲਣਾ ਸੀ, ਹੋਮ ਮਿਨਿਸਟਰ ਨੇ ਬੋਲਣਾ ਸੀਗਾ, ਡਿਪਟੀ ਜਿਹੜੇ ਸਾਬਕਾ ਗ੍ਰਹਿ ਮੰਤਰੀ, ਲੇਕਿਨ 2 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਸੀ। ਅੱਜ ਦੇ ਬਿਜ਼ਨਸ ਤੇ ਲਿਖਿਆ ਗਿਆ ਹੈ ਕਿ ਅੱਜ ਬਹਿਸ ਹੋਏਗੀ, ਲੇਕਿਨ ਮੁੱਖ ਮੰਤਰੀ ਸਾਹਿਬ ਨੇ ਕੁੱਲੂ ਜਾਣਾ ਸੀ, ਇਸ ਕਰਕੇ ਉਹ 12 ਵਜੇ 75 ਲੱਖ ਰੁਪਏ ਕਹਿੰਦੇ ਖਰਚਾ ਹੁੰਦਾ ਹੈ, 12 ਵਜੇ ਹੀ ਸਮਾਪਤ ਕਰ ਦਿੱਤਾ ਗਿਆ, ਜਦਕਿ 2 ਵਜੇ ਤੱਕ ਦਾ ਸਮਾਂ ਸੀਗਾ। ਉਹ 2 ਘੰਟੇ ਦਾ ਜਿਹੜਾ ਸਮਾਂ ਸੀਗਾ ਜਿਹਦੇ 'ਚ ਅਸੀਂ ਗੱਲ ਕਰਨੀ ਸੀ ਪੰਜਾਬ ਦੀ, ਉਹ ਸਾਨੂੰ ਆਪਦੀ ਗੱਲ ਨਹੀਂ ਕਰਨ ਦਿੱਤੀ ਗਈ। ਉਹ ਇੱਕ ਮੁੱਖ ਮੰਤਰੀ ਸਾਹਿਬ ਤੇ ਬੋਲ ਕੇ ਚਲੇ ਗਏ, ਸਾਡੀਆਂ ਤਿਆਰੀਆਂ ਧਰੀਆਂ ਰਹਿ ਗਈਆਂ। ਸੋ ਅਸੀਂ ਇਹ ਚਾਹੁੰਦੇ ਸੀ ਕਿ ਅੱਜ ਉਹਨਾਂ ਮੁੱਦਿਆਂ ਤੇ ਚਰਚਾ ਰਵੇ, ਇਸ ਕਰਕੇ ਅਸੀਂ ਬਾਈਕਾਟ ਕਰਕੇ ਚਲੇ ਗਏ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਲੋਕਤੰਤਰ ਦੇ ਵਿੱਚ। ਤੁਸੀਂ ਜੋ ਕਰਨਾ ਉਹ ਕਰੋ, ਵਾਈਟ ਪੇਪਰ ਲੈ ਕੇ ਆਓ, ਜੋ ਕਰਨਾ ਕਰੋ, ਉਹ ਜਿਹੜੀ ਸੱਤਾਧਰ ਪਾਰਟੀ ਹੈ ਉਹਦੀ ਮਰਜ਼ੀ ਹੈ। ਪਰ ਮੇਰੀ ਇਹ ਬੇਨਤੀ ਹੈ, ਕਮ ਸੇ ਕਮ ਆਪੋਜੀਸ਼ਨ, ਹੈਲਦੀ ਆਪੋਜੀਸ਼ਨ ਹੋਣੀ ਮੇਰੇ ਖਿਆਲ ਚੰਗੀ ਸਰਕਾਰ ਦੀ ਨਿਸ਼ਾਨੀ ਹੈ, ਡੈਮੋਕ੍ਰੇਸੀ ਦੀ ਨਿਸ਼ਾਨੀ। ਉਹਦੇ ਤੇ ਸਾਨੂੰ ਬੋਲਣ ਦਿੱਤਾ ਜਾਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਗਿਆ। ਲੇਕਿਨ ਵੜਿੰਗ ਸਾਹਿਬ, ਮੁੱਖ ਮੰਤਰੀ ਕਹਿੰਦੇ ਨਜ਼ਰ ਆਏ, ਤੰਜ ਕੱਸਿਆ ਉਹਨਾਂ ਨੇ ਤੁਹਾਡੇ ਵਾਕਆਊਟ ਦੇ ਉੱਪਰ ਕਿ ਕਾਂਗਰਸ ਨੂੰ ਬਾਹਰ ਕੋਈ ਸੁਣਦਾ ਨਹੀਂ, ਅੰਦਰ ਉਹ ਕਿਸੇ ਦੀ ਸੁਣਨਾ ਨਹੀਂ ਚਾਹੁੰਦੇ। ਚਲੋ ਮੈਂ ਬੇਨਤੀ ਕਰਾਂਗਾ, ਉਹ ਮੁੱਖ ਮੰਤਰੀ ਨੇ, ਉਹ ਕੁਝ ਵੀ ਕਹਿ ਸਕਦੇ ਨੇ, ਲੇਕਿਨ ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਸੱਚੇ ਪਾਤਸ਼ਾਹ ਤੋਂ ਡਰਨਾ ਚਾਹੀਦਾ ਹੈ। ਇਸ ਸਦਨ ਦੇ ਵਿੱਚ ਹਜ਼ਾਰਾਂ ਲੋਕ ਆਏ, ਹਜ਼ਾਰਾਂ ਲੋਕ ਚਲੇ ਗਏ, ਇਹਨਾਂ ਕੁਰਸੀਆਂ ਤੇ, ਇਹਨਾਂ ਉਹੀ ਸਦਨ ਦੇ ਵਿੱਚ ਇਹ ਉਹੀ ਇੱਟਾਂ ਹੈ, ਉਹੀ ਦੀਵਾਰਾਂ ਹੈ, ਇਹ ਸਦਾ ਕਿਸੇ ਦੀਆਂ ਰਹਿੰਦੀਆਂ ਨਹੀਂ। ਹੁਣ ਤੁਸੀਂ ਵੇਖੋ 3 ਘੰਟੇ ਕੱਲ ਦੀ ਬਹਿਸ ਤੇ 3 ਘੰਟੇ ਅੱਜ ਹੋਣੀ ਸੀ। ਇਹ 2 ਵਜੇ ਤੱਕ ਬਿਜ਼ਨਸ ਚੱਲਣਾ ਸੀ, ਲਿਖਿਆ ਕਾਗਜ਼ ਤੇ ਕਿ ਸਵੇਰੇ ਇੰਨੇ ਵਜੇ ਤੋਂ ਸ਼ੁਰੂ ਹੋ ਕੇ 9:30 ਵਜੇ ਤੋਂ 2 ਵਜੇ ਤੱਕ ਬਿਜ਼ਨਸ ਚੱਲਣਾ। 2 ਘੰਟੇ ਪਹਿਲੇ ਓਵਰ ਕਰ ਦਿੱਤਾ ਗਿਆ। 1.5 ਕਰੋੜ ਰੁਪਏ ਦਾ ਘਾਟਾ ਜੇ ਪਿਆ, ਉਹਦੇ ਸਿੱਧੇ ਤੌਰ ਆਪ ਆਦਮੀ ਦੀ ਸਰਕਾਰ ਤੇ ਸਪੀਕਰ ਸਾਹਿਬ ਜ਼ਿੰਮੇਵਾਰ ਨੇ। ਅੱਜ ਅਸੀਂ ਪੁੱਛਿਆ, ਮੈਂ ਇਹਦੇ ਤੇ ਤੁਹਾਨੂੰ ਸਾਫ਼ ਤੌਰ ਦੱਸਣਾ ਚਾਹੁੰਦਾ, ਭਗਵੰਤ ਸਿੰਘ ਮਾਨ ਤਿਰੰਗਾ ਯਾਤਰਾ ਦੇ ਵਿੱਚ ਕੁੱਲੂ ਮਨਾਲੀ ਪਹੁੰਚਣਾ ਸੀ ਅਰਵਿੰਦ ਕੇਜਰੀਵਾਲ ਹੁਣਾਂ ਦੇ ਨਾਲ, ਉਹਨੂੰ ਫੈਸਿਲਿਟੇਟ ਕਰਨ ਵਾਸਤੇ। ਮੈਂ ਪਹਿਲੀ ਵਾਰ ਇਹ ਗਵਰਨਮੈਂਟ ਵੇਖੀ ਹੈ, ਸਾਰੀ ਜਿਹੜੀ ਡਿਸਕਸ਼ਨ ਸੀ ਉਹ ਸਾਰੀ ਕੈਂਸਲ ਕਰ ਦਿੱਤੀ ਗਈ, ਸਿੱਧਾ ਚੀਫ ਮਿਨਿਸਟਰ ਨੂੰ ਬੁਲਾਇਆ ਗਿਆ ਸੋ ਦੈਟ ਇਨ ਟਾਈਮ ਉਹ ਜਵਾਬ ਦੇ ਤੇ ਕੁੱਲੂ ਮਨਾਲੀ ਪਹੁੰਚ ਸਕੇ। ਕਿੰਨੀ ਕੁ ਗੰਭੀਰ ਹੈ ਗਵਰਨਮੈਂਟ ਹੋ ਸਕਦੀ ਇਹਨਾਂ ਦੇ ਕੰਮ ਤੋਂ? ਤੁਸੀਂ ਗੰਭੀਰਤਾ, ਮੈਂ ਅੱਜ ਅਸੀਂ ਸਾਰੇ ਐਮਐਲਏਜ਼ ਹੁਣ ਕਾਂਗਰਸ ਦੇ ਸਪੀਕਰ ਸਾਹਿਬ ਕੋ ਗਏ, ਸਖਤ ਇਤਰਾਜ਼ ਜਤਾ ਕੇ ਆਏ ਕਿ ਸਪੀਕਰ ਸਾਹਿਬ ਤੁਹਾਡੀ ਚੇਅਰ ਦੀ ਅਸੀਂ ਕਦਰ ਕਰ ਰਹੇ, ਤੁਹਾਡੇ ਚਿਹਰੇ ਦੀ ਅਸੀਂ ਕਦਰ ਕਰ ਰਹੇ। ਤੁਸੀਂ ਸਾਨੂੰ ਯੂ ਹੈਵ ਟੇਕਨ ਅਸ ਫॉर ਅ ਰਾਈਡ। ਦਿਸ ਇਜ਼ ਮੋਸਟ ਅਨਫੋਰਚੂਨੇਟ ਕਿ ਆਪੋਜੀਸ਼ਨ ਤੁਸੀਂ ਜਿਸ ਤਰ੍ਹਾਂ ਕਹਿੰਦਾ ਇੱਕ ਉਹ ਦੇ ਕੇ ਇੱਕ ਧੋਖੇ ਨਾਲ ਤੁਸੀਂ ਸਾਨੂੰ ਅੱਜ ਡਿਸਕਸ਼ਨ 'ਚ ਲੈ ਆਂਦਾ ਤੇ ਮਗਰੋਂ ਸਾਡੇ ਕੋਲ ਕੋਈ ਚਾਰਾ ਨਹੀਂ ਛੱਡਿਆ ਕਿ ਅਸੀਂ ਸੀਐਮ ਦੇ ਐਡਰੈਸ ਨੂੰ ਬਾਈਕਾਟ ਕਰੀ। ਲੇਕਿਨ ਸਪੀਕਰ ਸਾਹਿਬ ਸਦਨ ਦੇ ਵਿੱਚ ਕਹਿੰਦੇ ਨਜ਼ਰ ਆਏ ਕਿ ਕਾਂਗਰਸ ਦੇ ਜਿੰਨੇ ਵਿਧਾਇਕ ਨੇ ਉਹਨਾਂ ਦੀ ਸੰਖਿਆ ਦੇ ਅਨੁਰੂਪ ਉਹਨਾਂ ਨੂੰ ਸਮਾਂ ਦਿੱਤਾ ਗਿਆ। ਜਿਹੜੀ ਬੀਏਸੀ ਦੀ ਮੀਟਿੰਗ ਹੋਈ ਹੈ, ਬੀਏਸੀ ਦੀ ਮੀਟਿੰਗ ਦੇ ਵਿੱਚ ਅਸ਼ਵਨੀ ਸ਼ਰਮਾ ਜੀ ਬੀਜੇਪੀ ਦੇ, ਇਆਲੀ ਸਾਹਿਬ ਅਕਾਲੀ ਦਲ ਦੇ ਵੀ ਬੈਠੇ ਸੀ, ਮੈਂ ਵੀ ਉਹਦੇ ਵਿੱਚ ਸੀ, ਅਮਨ ਅਰੋੜਾ ਵੀ ਸੀ। ਬਕਾਇਦਾ ਤੌਰ ਇਹਨਾਂ ਨੇ ਗੱਲ ਕਹੀ ਕਿ ਜਿਹੜਾ 30-32 ਮਿੰਟ ਦਾ ਐਕਸਟਰਾ ਟਾਈਮ ਹੈ ਮੇਨ ਪਾਰਟੀ ਕੋ, ਉਹ ਅਸੀਂ ਰਿਕੁਐਸਟ ਕੀਤੀ ਸਾਰੀ ਆਪੋਜੀਸ਼ਨ ਪਾਰਟੀਆਂ ਥੋੜਾ ਵਕਤ ਐਕਸਟਰਾ ਦੇ ਦੇਣ। ਹੀ ਐਗਰੀਡ, ਆਈ ਵਿਲ ਗਿਵ ਯੂ ਦੈਟ ਟਾਈਮ, ਹੀ ਐਗਰੀਡ ਟੂ ਦਿਸ। ਮੈਨੂੰ ਦੱਸੋ ਜੀ ਅੱਜ ਟਾਈਮ ਦਿੱਤਾ ਹੁੰਦਾ ਤੇ ਅਸੀਂ ਤੇ ਸਾਰੇ ਤਿਆਰੀ ਚਾਹੇ ਸੀ। ਸਾਡੇ 4 ਮੇਨ ਬੁਲਾਰੇ ਜਿਨ੍ਹਾਂ ਵਿੱਚ ਰਾਜਾ ਵੜਿੰਗ ਜੀ, ਸਾ ਸੁਖਜਿੰਦਰ ਸਿੰਘ ਰੰਧਾਵਾ ਜੀ, ਸਾ ਪ੍ਰਗਟ ਸਿੰਘ ਜੀ, ਵਿਕਰਮ ਚੌਧਰੀ ਜੀ, ਇਹਨਾਂ ਸਾਰਿਆਂ ਨੇ ਬੋਲਣਾ ਸੀ। ਤੁਸੀਂ ਸਿੱਧੇ ਤੌਰ ਚੀਫ ਮਿਨਿਸਟਰ ਨੂੰ ਲਿਆ ਕੇ ਆਪੋਜੀਸ਼ਨ ਨੂੰ ਬਿਲਕੁਲ ਦਰਕਰਾਰ ਕਰ ਦਿੱਤਾ। ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਗੱਲ ਇਹਨਾਂ ਦੀਆਂ ਕਮੀਆਂ ਪੇਸ਼ੀਆਂ ਦੱਸਣੀਆਂ ਸੀ ਸਰਕਾਰ ਦੀਆਂ, ਸਪੈਸ਼ਲੀ
ਗੈਂਗਸਟਰਸ ਨਾਲ ਰਿਲੇਟਡ ਸਪੈਸ਼ਲੀ ਇਹਨਾਂ ਨੇ ਕੀਤੀ ਹੋਈਆਂ ਜਿਹੜੀਆਂ ਗਾਰੰਟੀਜ਼ ਨੇ ਉਹਨਾਂ ਨੂੰ ਕਿਤੇ ਵੀ ਵੇਖੋ ਇਹਨਾਂ ਨੇ ਨਾ ਅਜੇ ਤੱਕ ਜ਼ਿਕਰ ਤੱਕ ਵੀ ਨਹੀਂ ਕੀਤਾ ਕਿ ਕਦੋਂ ਤੋਂ ਅਸੀਂ ਕੰਮ ਸ਼ੁਰੂ ਕਰਾਂਗੇ। ਉਹਦੇ ਬਰਗਾੜੀ ਬਾਈਬਲ ਕਲਾਂ ਦਾ ਮਸਲਾ ਸੀ, ਉਹਦੇ ਵਿੱਚ 18 ਸਾਲ ਦਾ ਅੱਜ ਮੈਂ ਜ਼ੀਰੋ ਆਰ ਚੁੱਕਿਆ ਵੀ ਹੈ ਕਿ ਸਾਡੀਆਂ ਨੌਜਵਾਨ ਬੱਚੀਆਂ ਨੂੰ ਤੇ ਭੈਣਾਂ ਨੂੰ ਤੇ ਔਰਤਾਂ ਨੂੰ ਜਿਹੜੀ ਤੁਸੀਂ ਪੈਨਸ਼ਨ ਦੇਣੀ ਉਹਦਾ ਦੱਸੋ। ਉਹਦੇ ਵਿੱਚ ਜਿਹੜੇ ਤੁਸੀਂ ਮੁਹੱਲਾ ਕਲੀਨਿਕਸ ਨੇ ਉਹਦਾ ਇੱਕ ਕਿਹਾ ਤਾਂ 15 ਅਗਸਤ ਤੋਂ ਜਦੋਂ ਸੈਸ਼ਨ ਮੁੱਕ ਜਾਣਾ ਅਗਲੀ ਵਾਰ ਕਹਿਣਗੇ ਜੇ ਡਾਕਟਰ ਭਰਤੀ ਕਰਦੇ ਫਿਰਨੇ, ਫਿਰ ਕਹਿਣਗੇ ਕੰਪਾਊਂਡਰ ਭਰਤੀ ਕਰਦੇ ਫਿਰਨੇ, 6-6 ਮਹੀਨੇ ਪਾਈ ਜਾਣਗੇ। ਸਾਰੇ ਪੰਜਾਬ 'ਚ ਪਲਾਨ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ ਗਰਾਊਂਡ ਬਣੇ ਤਾਂ ਕਿ ਪੰਜਾਬ ਦੇ ਇਹ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਕਿ ਪੰਜਾਬ ਦੇ ਘੱਟੋ ਘੱਟ ਸ਼ਾਮ ਨੂੰ 5 ਵਜੇ ਤੋਂ ਬਾਅਦ ਪੰਜਾਬ ਦੇ 25 ਤੋਂ 30 ਲੱਖ ਬੱਚੇ ਪੰਜਾਬ ਦੇ ਗਰਾਊਂਡਾਂ 'ਚ ਹੋਇਆ ਕਰਨ। ਤਾਂ ਹੀ ਅਸੀਂ ਜਿਹੜੀਆਂ ਨਸ਼ੇ ਵਰਗੀਆਂ ਵੀ ਜਿਹੜੀਆਂ ਪੰਜਾਬ ਨੂੰ ਕੋੜ ਲੱਗਿਆ ਇਹਨੂੰ ਵੀ ਅਸੀਂ ਜਿਹੜੀ ਠੱਲ ਹੈ ਉਹ ਪਾ ਸਕਦੇ। ਸਪੀਕਰ ਸਾਹਿਬ, ਮੈਂ ਮੈਂਬਰ ਸਾਹਿਬ ਨੂੰ ਵੈਸੇ ਦੱਸਣਾ ਚਾਹਣਾ ਕਿ ਫਲੋਰ ਤੋਂ ਇੱਕ 8-10 ਕਿਲੋਮੀਟਰ ਦੂਰ ਪਿੰਡ ਆ ਬੜਾ, ਉੱਥੇ ਵੀ ਸਟੇਡੀਅਮ ਬਣਿਆ ਹੋਇਆ। ਪਰ ਸਪੀਕਰ ਸਾਹਿਬ ਮੈਂ ਵੈਸੇ ਸਾਡੇ ਪੁਰਾਣੇ ਸਮਾਂ ਤਾਂ ਉਹਨਾਂ ਨੂੰ ਥੋੜ੍ਹਾ ਮਿਲਿਆ, ਸਾਡੇ ਬਹੁਤ ਵੱਡਾ ਨਾਮ ਹੈ ਪੰਜਾਬ ਦਾ, ਪ੍ਰਗਟ ਸਿੰਘ ਜੀ ਇੱਥੇ ਮੌਜੂਦ ਨੇ, ਖੇਡ ਮੰਤਰੀ ਰਹੇ ਆ। ਸੋ ਇਹ ਵੀ ਸਾਰੀ ਸਿਚੁਏਸ਼ਨ ਨੂੰ ਜਾਣਦੇ ਆ ਕਿ ਪਿਛਲੇ ਨਾ 10-15 ਸਾਲਾਂ 'ਚ ਪੰਜਾਬ 'ਚ ਖੇਡ ਸਟੇਡੀਅਮ ਬਣੇ ਪਰ ਗਰਾਊਂਡ ਨਹੀਂ ਬਣੇ, ਤੇ ਖਿਡਾਰੀਆਂ ਨੂੰ ਚਾਹੀਦਾ ਗਰਾਊਂਡ। ਜਦੋਂ ਇੱਥੇ ਰਾਣਾ ਸੋਢੀ ਜੀ ਮੰਤਰੀ ਹੁੰਦੇ ਸੀ, ਮੈਂ ਉਦੋਂ ਵੀ ਇੱਥੇ ਸਵਾਲ ਕੀਤਾ ਸੀ, ਉਦੋਂ ਉੱਧਰ ਬੈਠਦੇ ਹੁੰਦੇ ਸੀ ਜਦੋਂ ਮੈਂਬਰ ਸੀ, ਵੀ ਜੀ ਸਾਡੇ 7.5 ਕਰੋੜ ਰੁਪਈਆ ਲਾ ਕੇ ਬਰਨਾਲੇ ਉਹ ਗਰਾਊਂਡ 'ਚ ਮੈਂ ਆਪ ਖੇਡਦਾ ਰਿਹਾ, ਉੱਥੇ 7.5 ਕਰੋੜ ਰੁਪਈਆ ਲਾਤਾ, ਨਾ ਉਹ ਖੇਡਣ ਜੋਗਾ ਰਿਹਾ ਨਾ ਉਹ ਸੈਰ ਕਰਨ ਜੋਗਾ ਰਿਹਾ, ਕੱਲੀ ਬਿਲਡਿੰਗ ਬਣਾਤੀ। ਪਿਛਲੇ ਸਮੇਂ ਸਰ ਇਦਾਂ ਹੀ ਹੁੰਦਾ ਰਿਹਾ ਕਿ ਸਟੇਡੀਅਮਾਂ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ, ਪੌੜੀਆਂ, ਕਮਰੇ, ਪਰ ਖੇਡਣ ਲਈ ਗਰਾਊਂਡ ਨਹੀਂ ਬਣਾਏ ਗਏ। ਆ ਮੈਂ ਪਿਛਲੇ ਦਿਨ ਨਾ ਮਾਲਪੁਰ ਜਾ ਕੇ ਆਇਆ, ਉੱਥੇ ਜੀ 2 ਕਰੋੜ ਦੀ ਲਾਗਤ ਨਾਲ ਇੱਕ ਫੁੱਟਬਾਲ, ਕਿਉਂਕਿ ਮਾਲਪੁਰ ਸਾਡੇ ਫੁੱਟਬਾਲ ਦਾ ਉਹਨੂੰ ਕਹਿ ਲਓ ਵੀ ਨਰਸਰੀ ਕਿਹਾ ਜਾਂਦਾ, ਨੈਸ਼ਨਲ ਲੈਵਲ ਦੇ ਬੜੇ ਵੱਡੇ ਪਲੇਅਰ ਉੱਥੋਂ ਇੰਟਰਨੈਸ਼ਨਲ ਲੈਵਲ ਦੇ ਪੈਦਾ ਹੋਏ। 2 ਕਰੋੜ ਲਾ ਕੇ ਜੀ ਉੱਥੇ ਇੱਕ ਸਟੇਡੀਅਮ ਬਣ ਰਿਹਾ, ਪਰ ਉਹ ਗਰਾਊਂਡ ਜਿਹਨੇ ਪਤਾ ਨਹੀਂ ਕਿੰਨੇ ਕੁ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ, ਉਹ ਸਾਰਾ ਸੁੱਕਾ ਪਿਆ। ਉਹਦਾ ਕਾਰਨ ਪਤਾ ਕੀ ਹੈ ਜੀ? ਕਿਉਂਕਿ 60,000 ਰੁਪਈਆ ਮੋਟਰ ਦਾ ਬਿੱਲ ਨਹੀਂ ਭਰਿਆ ਗਿਆ ਪਿਛਲੇ 1 ਸਾਲ ਤੋਂ। ਮੋਟਰ ਦਾ ਬਿੱਲ ਭਰਨ ਲਈ 60,000 ਹੈ ਨਹੀਂ, ਪਰ ਸਟੇਡੀਅਮ ਤੇ 2 ਕਰੋੜ ਲਾਉਣ ਲਈ ਹੈਗਾ ਸੀ। ਸੋ ਸਰ ਪਿਛਲੇ ਸਮੇਂ 'ਚ ਬੜੇ ਸਟੇਡੀਅਮ ਬਣੇ। ਮੇਰੀ ਸਾਰੇ ਮਾਨਯੋਗ ਜਿਹੜੇ ਮੈਂਬਰਸ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਖੇਡਾਂ ਨੂੰ ਅੱਗੇ ਲਿਜਾਣ ਲਈ, ਠੀਕ ਹੈ ਜਿੱਥੇ ਕੋਈ ਸਟੇਡੀਅਮ ਦੀ ਜ਼ਰੂਰਤ ਹੈ ਸਟੇਡੀਅਮ ਵੀ ਬਣਾ ਦਾਂਗੇ, ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਇਹ ਪਲੈਨਿੰਗ ਵੀ ਹੈ। ਆਉਣ ਵਾਲੇ ਸਮੇਂ 'ਚ ਅਸੀਂ ਇਹ ਸਾਰੇ ਪੰਜਾਬ 'ਚ ਪਲਾਨ ਕਰ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਗਰਾਊਂਡ ਬਣੇ ਤਾਂ ਕਿ ਪੰਜਾਬ ਦੇ ਇਹ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਕਿ ਪੰਜਾਬ ਦੇ ਘੱਟੋ ਘੱਟ ਸ਼ਾਮ ਨੂੰ 5 ਵਜੇ ਤੋਂ ਬਾਅਦ ਪੰਜਾਬ ਦੇ 25 ਤੋਂ 30 ਲੱਖ ਬੱਚੇ ਪੰਜਾਬ ਦੇ ਗਰਾਊਂਡਾਂ 'ਚ ਹੋਇਆ ਕਰਨ। ਤਾਂ ਹੀ ਅਸੀਂ ਜਿਹੜੀਆਂ ਨਸ਼ੇ ਵਰਗੀਆਂ ਵੀ ਜਿਹੜੀਆਂ ਪੰਜਾਬ ਨੂੰ ਕੋੜ ਲੱਗਿਆ ਇਹਨੂੰ ਵੀ ਅਸੀਂ ਜਿਹੜੀ ਠੱਲ ਹੈ ਉਹ ਪਾ ਸਕਦੇ ਆ। ਸੋ ਮੈਂ ਮਾਨਯੋਗ ਮੈਂਬਰ ਸਾਹਿਬ ਨਾਲ ਇਹ ਵਾਅਦਾ ਕਰਦਾ ਕਿ ਇਹਨਾਂ ਦੇ ਹਲਕੇ 'ਚ ਸਟੇਡੀਅਮ ਜੇ ਕੋਈ ਫੰਡਸ ਮਿਲ ਜਾਣਗੇ, ਤੁਸੀਂ ਜਗ੍ਹਾ ਦੇ ਦੋਗੇ, ਉਹਦੇ 'ਤੇ ਵਿਚਾਰ ਕਰ ਲਾਂਗੇ, ਪਰ ਗਰਾਊਂਡ ਇੱਕ ਨਹੀਂ, ਤੁਸੀਂ ਜਿੰਨੇ ਕਹੋਗੇ ਤੁਹਾਡੇ ਹਲਕੇ 'ਚ ਉਹਨੇ ਬਣਾ ਕੇ ਦੇਵਾਂਗੇ। ਥੈਂਕ ਯੂ ਮੰਤਰੀ ਜੀ। ਚੌਧਰੀ ਸਾਹਿਬ ਤੁਹਾਡਾ ਪੂਰਾ ਹੋ ਗਿਆ ਜੀ। ਇਹ ਵਾਲੀ ਪਿੰਡਾਂ ਵਿੱਚ ਇੱਕ ਹੀ ਸ਼ਮਸ਼ਾਨ ਘਾਟ ਬਣਾਉਣ ਸੰਬੰਧੀ ਸਕੀਮ ਤਹਿਤ ਪਿੰਡਾਂ ਵਿੱਚ 2 ਸ਼ਮਸ਼ਾਨ ਘਾਟਾਂ ਤੋਂ ਇੱਕ ਸ਼ਮਸ਼ਾਨ ਘਾਟ ਕਰਨ ਵਾਲੇ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਕਿ ਜਿਹੜੇ ਵੀ ਪਿੰਡਾਂ ਦੇ ਸ਼ਮਸ਼ਾਨ ਘਾਟ 2 ਤੋਂ 1 ਕਰ ਦੇਣਗੇ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਦੇਵਾਂਗੇ। ਮਨਵਿੰਦਰ ਸਿੰਘ ਗਿਆਸਪੁਰਾ। ਧੰਨਵਾਦ ਸਪੀਕਰ ਸਾਹਿਬ। ਸਵਾਲ ਨੰਬਰ 36 ਸਰਦਾਰ ਕੁਲਦੀਪ ਸਿੰਘ ਢਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ। ਹਾਂਜੀ ਸਪੀਕਰ ਸਾਹਿਬ, ਇਹਨਾਂ ਦਾ ਜਿਹੜਾ ਸਵਾਲ ਆ ਕਿ ਸ਼ਮਸ਼ਾਨ ਘਾਟ 1 ਤੋਂ ਵੱਧ ਨੇ ਪਿੰਡਾਂ ਦੇ, ਬਿਲਕੁਲ ਵੱਧ ਨੇ। ਉਹਦਾ ਐਡਾ ਇਹ ਹੈ ਕਿ ਜਿਹੜਾ ਰੂਰਲ ਡਿਵੈਲਪਮੈਂਟ ਸਕੀਮ 18 ਦੇ ਤਹਿਤ ਪਿੰਡਾਂ ਵਿੱਚ ਇੱਕ ਹੀ ਸ਼ਮਸ਼ਾਨ ਘਾਟ ਬਣਾਉਣ ਸੰਬੰਧੀ ਸਕੀਮ ਤਹਿਤ ਪਿੰਡਾਂ ਵਿੱਚ 2 ਸ਼ਮਸ਼ਾਨ ਘਾਟਾਂ ਤੋਂ ਇੱਕ ਸ਼ਮਸ਼ਾਨ ਘਾਟ ਕਰਨ ਵਾਲੇ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਪਰ ਇਹਦੇ 'ਚ ਹੋਇਆ ਕਿ ਸਪੀਕਰ ਸਾਹਿਬ ਇਹਦਾ ਪਿਛਲੀ ਸਰਕਾਰ ਨੇ ਉਸ ਪੱਧਰ ਤੇ ਕੋਈ ਪ੍ਰਚਾਰ ਨਹੀਂ ਕੀਤਾ, ਕੋਈ ਲੋਕਾਂ ਨੂੰ ਜਾਗਰਤ ਨਹੀਂ ਕੀਤਾ, ਕਿਉਂਕਿ ਇੱਕ ਸਕੀਮ ਬਣੀ ਆ, ਬਣਾਈ ਵੀ 16-17 'ਚ ਬਾਦਲ ਸਾਹਿਬ ਦੇ ਟਾਈਮ ਤੇ ਬਣੀ ਆ ਕਿ ਜਿਹੜੇ ਵੀ ਪਿੰਡਾਂ ਦੇ ਸ਼ਮਸ਼ਾਨ ਘਾਟ 2 ਤੋਂ 1 ਕਰ ਦੇਣਗੇ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਦੇਵਾਂਗੇ। ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਤਾ ਨਹੀਂ ਲੋਕਾਂ ਨੂੰ ਕਿ ਗ੍ਰਾਂਟ ਮਿਲਣੀ ਹੈ, ਅਸੀਂ 1 ਕਰ ਦਈਏ, ਜਾਤ ਪਾਤ ਜਿਹੜੀ ਚੀਜ਼ ਆ ਉਹ ਖਤਮ ਹੋ ਸਕਦੀ ਹੈ। ਪਰ ਹੁਣ ਅਸੀਂ ਮਤਲਬ ਜਿਹੜਾ ਇਹਦੇ 'ਤੇ ਕੰਮ ਕਰ ਰਹੇ, ਅਸੀਂ ਗ੍ਰਾਮ ਸਭਾਵਾਂ ਦੇ ਤਹਿਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ
ਜਾਗਰੂਕ ਜਿਹੜਾ ਉਹ ਕਰ ਰਹੇ। ਥੈਂਕ ਯੂ। ਗਿਆਸਪੁਰਾ ਜੀ। ਮਾਨਯੋਗ ਸਪੀਕਰ ਸਾਹਿਬ, ਇਹ ਰਾਈਟ ਟੂ ਇਕੁਅਲਟੀ 14-18 ਦੀ ਉਲੰਘਣਾ ਵੀ ਹੈ। ਮੈਂ ਪਵਿੱਤਰ ਸਦਨ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਜਾਤ ਪਾਤ ਛੂਤ ਛਾਤ ਅਜੇ ਵੀ ਇੰਨਾ ਬੋਲਬਾਲਾ ਹੈ ਕਿ ਅਸੀਂ ਮੁਰਦੇ ਵੀ ਇਕੱਠੇ ਨਹੀਂ ਫੂਕ ਸਕਦੇ। ਮੇਰੀ ਸਪੀਕਰ ਸਾਹਿਬ ਬੇਨਤੀ ਹੈ ਕਿ ਜਿੰਨਾ ਚਿਰ ਛੂਤ ਛਾਤ ਦਾ ਵਰਤਾਰਾ ਖਤਮ ਨਹੀਂ ਹੁੰਦਾ ਉਹਨਾਂ ਚਿਰ ਰਿਜ਼ਰਵੇਸ਼ਨ ਪਾਲਿਸੀ, ਮਸਲਨ ਸਿਪਾਹੀਆਂ ਦੀ ਭਰਤੀ, ਐਡੀਸ਼ਨਲ ਐਡਵੋਕੇਟ ਜਨਰਲ ਦੀ ਭਰਤੀ ਜਾਂ ਹੋਰ ਪੋਸਟਾਂ ਦੀ ਰਿਜ਼ਰਵੇਸ਼ਨ ਪਾਲਿਸੀ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਕੀ ਮੰਤਰੀ ਜੀ ਦੱਸ ਸਕਦੇ ਹੈ ਕਿ ਕਿੰਨੇ ਪਿੰਡ ਨੇ ਜਿੱਥੇ 2 ਤੋਂ ਵੱਧ ਸ਼ਮਸ਼ਾਨ ਘਾਟਾਂ ਨੇ? ਸਪੀਕਰ ਸਾਹਿਬ, ਇਹ ਆਪਣਾ ਦਿਖਾਂਤ ਹੀ ਲਾ ਲਓ ਪੰਜਾਬ ਦਾ, ਜਿੰਨੇ ਸਾਡੇ ਕੋਲ ਅੰਕੜੇ ਆ ਤਾਂ ਮਤਲਬ 80% ਤੋਂ ਉੱਪਰ ਪਿੰਡ ਇਦਾਂ ਦੇ ਆ ਜਿੱਥੇ 2-2 ਸ਼ਮਸ਼ਾਨ ਘਾਟ ਆ। ਇਹ ਮਤਲਬ ਪੂਰੇ ਉਹ ਕਰੈਕਟ ਨਹੀਂ ਗਏ, ਪਰ ਕੱਲ੍ਹ ਹੀ ਇਹ ਪਤਾ ਕੀਤਾ ਸਾਰਾ ਪੰਜਾਬ ਦੇ ਵਿੱਚ, ਪਰ ਲਗਭਗ ਆਪਾਂ ਨੂੰ ਪਤਾ ਸਾਰੇ ਸਦਨ ਦੇ ਵਿੱਚ ਮਾਨਯੋਗ ਮੈਂਬਰ ਬੈਠੇ ਆ, ਹਰ ਪਿੰਡ ਦੇ ਵਿੱਚ ਹੀ 2-2 3-3 ਬਣ ਗਏ। ਇਸ ਕਰਕੇ ਇਹ ਤਾਂ ਪੂਰੇ ਪੰਜਾਬ ਦੀ ਇੱਕ ਸਮੱਸਿਆ। ਠੀਕ ਹੈ ਜੀ, ਆ